ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮੋਹਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ। ਦੋਹਰਾ ਸ੍ਰੀ ਅੰਗਦ ਸੁਣੀਏ ਮਨ ਲਾਈ। ਸੁਣੀ ਸਰਬ ਜਬ ਕਥਾ ਸੁਹਾਈ। ਬੰਦ ਹੱਥ ਮੈਂ ਬੰਧਨ ਕੀਨੀ। ਭਗਤਨ ਤੇ ਮਹਿਮਾ ਵਡ ਚੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੇਰ ਪਰਬਤ ਆਦਿ ਪਹਾੜਾਂ ਦੀ ਯਾਤਰਾ ਕਰਦੇ ਹੋਏ ਗੋਰਖਨਾਥ ਤੋਂ ਅੱਗੇ ਭਗਤ ਪ੍ਰਹਿਲਾਦ ਕੋਲ ਪਹੁੰਚੇ ਤੇ ਭਾਈ ਬਾਲਾ ਜੀ ਦੇ ਬੇਨਤੀ ਕਰਨ ਤੇ ਪ੍ਰਹਿਲਾਦ ਜੀ ਨੇ ਆਪਣੀ ਜੀਵਨ ਕਥਾ ਹੱਡ ਬੀਤੀ ਸਾਰੀ ਆਪਣੇ ਮੁਖੋਂ ਸੁਣਾਉਣੀ ਕੀਤੀ, ਜੋ ਪਿੱਛੇ ਆਪ ਜੀ ਨੇ ਸਰਵਣ ਕੀਤੀ। ਅਖੀਰ ਭਾਈ ਪ੍ਰਹਿਲਾਦ ਜੀ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਮਹਾਰਾਜ ਬੜੀ ਕਿਰਪਾ ਕੀਤੀ, ਕਲਯੁਗ ਦੇ ਸਮੇਂ ਦੇ ਤੁਸੀਂ ਅਵਤਾਰ ਹੋ ਔਰ ਆਪਣਾ ਦਾਸ ਜਾਣ ਕੇ ਮੈਨੂੰ ਦਰਸ਼ਨ ਦਿੱਤੇ ਹਨ। ਇਉਂ ਵਿਚਾਰਾਂ ਹੁੰਦੀਆਂ ਰਹੀਆਂ। ਭਾਈ ਬਾਲਾ ਜੀ ਹੁਣ ਕਥਾ ਸੁਣਾ ਰਹੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਆਪ ਜੀ ਨੂੰ ਪਤਾ ਹੈ ਕਿ ਸਾਰੀ ਕਥਾ ਸਾਨੂੰ ਗੁਰੂ ਪਿਆਰਿਓ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ ਤੇ ਮੋਖਾ ਪੈੜਾ ਨਾਮ ਦੇ ਸਿੱਖ ਨੇ ਲਿਖਣੀ ਕੀਤੀ ਸੀ ਸਾਰੀ ਕਥਾ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ, ਹੈ ਗੁਰੂ ਅੰਗਦ ਦੇਵ ਜੀ ਮਹਾਰਾਜ, ਇਸ ਤਰ੍ਹਾਂ ਇਹ ਸਾਰੀ ਕਥਾ ਅਸੀਂ ਪ੍ਰਹਿਲਾਦ ਜੀ ਦੇ ਮੁਖੋਂ ਸੁਣੀ। ਫਿਰ ਮੈਂ ਹੱਥ ਬੰਨ੍ਹ ਕੇ ਭਗਤ ਜੀ ਦੀ ਮਹਿਮਾ ਕਰਦੇ ਹੋਏ ਬੇਨਤੀ ਕੀਤੀ, ਮਹਾਰਾਜ ਤੁਹਾਡੀ ਮਹਿਮਾ ਵੀ ਭਗਤਾਂ ਵਿੱਚੋਂ ਸਭ ਤੋਂ ਵੱਡੀ ਹੈ, ਕਿਉਂਕਿ ਪ੍ਰੀਤਮ ਵੀ ਇਸ ਵਿਸ਼ੇ ਤੇ ਬਖਸ਼ਿਸ਼ ਕਰਦੇ ਹਨ ਬਾਣੀ ਦੇ ਵਿੱਚ ਕਿ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਨਾ ਭਗਤਾਂ ਦੀ ਸ਼ਾਦੀ ਦਿੱਤੀ ਜਾਂਦੀ ਹੈ। ਇਹਨਾਂ ਭਗਤਾਂ ਦੇ ਬਾਰੇ ਗੁਰੂ ਪਿਆਰਿਓ ਸਤਿਗੁਰੂ ਸਾਨੂੰ ਦੱਸਦੇ ਹਨ ਕਿ ਦੇਖੋ ਇਹਨਾਂ ਨੇ ਕਿਵੇਂ ਨਾਮ ਜਪਿਆ, ਤੁਸੀਂ ਵੀ ਇੱਦਾਂ ਜਪਣਾ ਕਰੋ। ਮੈਂ ਨਮਸਕਾਰ ਕੀਤੀ ਮਹਾਰਾਜ। ਫਿਰ ਉੱਥੋਂ ਅਸੀਂ ਅੱਗੇ ਚੱਲਦੇ ਹਾਂ। ਇਹ ਵਿਚਾਰਾ ਆਓ ਆਰੰਭ ਕਰਕੇ ਸਰਵਣ ਕਰੀਏ। ਇੱਥੋਂ ਸਤਿਗੁਰੂ ਪਾਤਸ਼ਾਹ ਅੱਗੇ ਭਗਤ ਧਰੁਵ ਜੀ ਨੂੰ ਮਿਲਦੇ ਹਨ, ਉਹ ਵਿਚਾਰ ਆਪਾਂ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ।
ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਦੋਹਰਾ। ਸ੍ਰੀ ਅੰਗਦ ਸੁਣੀਏ ਮਨ ਲਾਈ, ਸੁਣੀ ਸਰਬ ਜਬ ਕਥਾ ਸੁਹਾਈ। ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਂਦੇ ਹੋਏ ਫਿਰ ਸੰਬੋਧਨ ਹੋ ਕੇ ਕਹਿੰਦੇ ਹਨ, ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਜਦੋਂ ਇਹ ਸਾਰੀ ਸੁੰਦਰ ਕਥਾ ਭਗਤ ਜੀ ਨੇ ਸਾਨੂੰ ਸੁਣਾਉਣੀ ਕੀਤੇ ਜੇ। ਬੰਦ ਹੱਥ ਮੈਂ ਬੰਧਨ ਕੀਨੀ, ਭਗਤਨ ਤੇ ਮਹਿਮਾ ਵੱਡ ਚੀਨੀ। ਔਰ ਮੈਂ ਹੱਥ ਬੰਨ ਕੇ ਨਮਸਕਾਰ ਕੀਤੀ ਤੇ ਇਹ ਵੀ ਬੇਨਤੀ ਕੀਤੀ, ਤੁਹਾਡੀ ਮਹਿਮਾ ਸਾਰੇ ਭਗਤਾਂ ਚੋਂ ਵੱਡੀ ਹੈ। ਕਿਤਕ ਕਾਲ ਸ੍ਰੀ ਗੁਰ ਤੇ ਪਾਸਾ, ਰਹਿ ਕਰ ਕੀਨੇ ਬਚਨ ਬਿਲਾਸਾ। ਉਸ ਤੋਂ ਬਾਅਦ ਵੀ ਅਸੀਂ ਕਾਫੀ ਸਮਾਂ ਭਗਤ ਪ੍ਰਹਿਲਾਦ ਜੀ ਦੇ ਨਾਲ ਬੈਠੇ ਧੰਨ ਗੁਰੂ ਨਾਨਕ ਦੇਵ ਜੀ ਹੋਰ ਵਿਚਾਰਾਂ ਬਚਨ ਬਿਲਾਸ ਕਰਦੇ ਰਹੇ ਜੇ। ਕਰੀ ਪਰਸਪਰ ਦੁਹਿ ਦਿਸ਼ ਬੰਦਨ, ਅਗਰਜ ਗਮਨੇ ਦੋਖਨ ਕੰਦਨ। ਫੇਰ ਦੋਨਾਂ ਨੇ ਇੱਕ ਦੂਜੇ ਨੂੰ ਨਮਸਕਾਰ ਕੀਤੀ। ਭਗਤ ਪ੍ਰਹਿਲਾਦ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ ਸ੍ਰੀ ਅੰਗਦ ਜੀ ਸੁਣੇ ਸੁਭੰਤੀ, ਕਹੀ ਕਥਾ ਸ੍ਰੀ ਗੁਰੂ ਸੁਹਾਤੀ। ਇਸ ਤਰ੍ਹਾਂ ਇਹ ਸਾਰੀ ਸੁੰਦਰ ਕਥਾ ਸਤਿਗੁਰਾਂ ਨੂੰ ਭਗਤ ਜੀ ਨੇ ਸੁਣਾਉਣੀ ਕੀਤੀ, ਜੋ ਮੈਂ ਆਪ ਜੀ ਨੂੰ ਸੁਣਾਈ ਹੈ। ਮੁਰਦਾਨਾ ਸੁਣ ਕਰ ਹਰ ਖਾਨਾ, ਪੁਨ ਆਗੇ ਕੋ ਕੀਨ ਬਿਆਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਵੀ ਬੜੇ ਖੁਸ਼ ਹੋਏ ਤੇ ਇਥੋਂ ਅੱਗੇ ਚਾਲੇ ਪਾ ਦਿੱਤੇ ਜੀ ਦੋਹਰਾ। ਲੱਖ ਭੇਖ ਅਨੰਤ ਪ੍ਰਭ, ਜਿਹ ਗਤ ਲਖੀ ਨਾ ਜਾਹੇ। ਬੰਦਨ ਪਦ ਅਰਬਿੰਦ ਤੇ, ਡਾਡਾ ਵੇ ਪਰਵਾਹੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਇੱਕ ਮੰਗਲਾ ਚੰਨ ਕਰਦਿਆਂ ਨੇ ਇੱਥੇ ਗੁਰੂਆਂ ਦੀ ਸਿਫਤ ਕਰਦੇ ਹੋਏ ਕਿ ਉਹ ਵਾਹਿਗੁਰੂ ਜਿਹੜਾ ਹੈ ਬੜਾ ਅਲੱਖ ਹੈ, ਜੋ ਲਖਿਆ ਨਹੀਂ ਜਾਂਦਾ, ਭੇਖ ਹੈ ਜਿਸ ਦਾ ਕੋਈ ਭੇਖ ਨਹੀਂ ਹੈ। ਜਿਸ ਤਰ੍ਹਾਂ ਦਸਵੇਂ ਪ੍ਰੀਤਮ ਜੀ ਲਿਖਦੇ ਹਨ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਭਾਵ ਪਰਿਪੂਰਨ ਪਰਮੇਸ਼ਰ ਬੜਾ ਬੇਅੰਤ ਹੈ, ਜਿਸ ਦਾ ਅਸੀਂ ਬਲ, ਜਿਸ ਦੀ ਕੀਮਤ ਮਿੱਤ ਨਹੀਂ ਪਾ ਸਕਦੇ, ਜਿਸ ਦਾ ਕੋਈ ਚੱਕਰ ਚਿਹਨ ਰੰਗ ਰੂਪ ਨਹੀਂ ਹੈ। ਅਲੱਖ ਅਪੇਖ ਅਨੰਤ ਪ੍ਰਭੂ, ਜਿਸ ਦਾ ਅੰਤ ਨਹੀਂ ਹੈ, ਜਿਸ ਦੀ ਗਤੀ ਨੂੰ ਅਸੀਂ ਜਾਣ ਨਹੀਂ ਸਕਦੇ, ਬਸ ਉਹਦੇ ਚਰਨਾਂ ਵਿੱਚ ਨਮਸਕਾਰ ਹੀ ਕਰ ਸਕਦੇ ਹਾਂ। ਜਿਸ ਅੱਗੇ ਜੋਰ ਨਾ ਚੱਲੀ, ਖਲਾ ਕੀਚੇ ਅਰਦਾਸ ਦੇ ਮਹਾਵਾਕਾਂ ਅਨੁਸਾਰ ਉਸ ਡਾਢੇ ਬੇਪਰਵਾਹ ਦੇ ਚਰਨਾਂ ਵਿੱਚ ਮੈਂ ਨਮਸਕਾਰ ਕਰਦਾ ਹਾਂ। ਚੌਪਈ ਸ੍ਰੀ ਅੰਗਦ ਜੀ ਸੁਣ ਇਤਿਹਾਸ, ਅਗਰਜ ਗਮਣੇ ਮਨ ਸੁਖ ਰਾਸ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਸਾਰਾ ਇਤਿਹਾਸ ਪ੍ਰਹਿਲਾਦ ਭਗਤ ਦਾ ਸੁਣ ਕਰਕੇ ਇੱਥੋਂ ਅੱਗੇ ਚੱਲਦੇ ਹਾਂ। ਤਾਰੇ ਤਰੈ ਸ਼ੂਰ ਕਰ ਸਭ ਹੀ, ਉਰਦ ਪਹੁੰਚੇ ਸ੍ਰੀ ਗੁਰੂ ਜਬ ਹੀ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਮੈਂ ਬੇਨਤੀ ਕਰਦਾ ਕਿ ਅਸੀਂ ਤਾਰਾ ਮੰਡਲ ਤੋਂ ਵੀ ਉੱਚੇ ਚਲੇ ਗਏ। ਹੁਣ ਸਤਿਗੁਰਾਂ ਨੇ ਸਾਨੂੰ ਦਿਖਾਇਆ ਕਿ ਤਾਰੇ ਥੱਲੇ ਰਹਿ ਗਏ ਹਨ। ਮਰਦਾਨੇ ਤਬ ਬੂਝਨ ਕੀਨੇ, ਮੁਝੇ ਬਤਾਵੋ ਪ੍ਰਭੂ ਪਰਵੀਨੇ। ਤਾਂ ਉਸ ਵੇਲੇ ਭਾਈ ਮਰਦਾਨੇ ਨੇ ਪੁੱਛਿਆ, ਹੇ ਸਿਆਣੇ ਸਤਿਗੁਰੂ, ਮੈਨੂੰ ਦੱਸਣਾ ਕਰੋ। ਉੱਡ ਗਣ ਇਹਾਂ ਨ ਦੀਸਤ ਕੋਉ, ਹਮ ਕਿਹ ਦਿਸ ਤਜ ਆਏ ਸੋਉ। ਮਹਾਰਾਜ ਤਾਰੇ ਕਿੱਧਰ ਰਹਿ ਗਏ? ਆਪਾਂ ਨੂੰ ਤਾਰਾ ਕੋਈ ਦਿਸਦਾ ਹੀ ਨਹੀਂ। ਹੁਣ ਉਹਨਾਂ ਨੂੰ ਕਿੱਥੇ ਛੱਡਿਆ ਏ ਤੇ ਆਪਾਂ ਕਿਹੜੀ ਦਿਸ਼ਾ ਨੂੰ ਜਾ ਰਹੇ ਹਾਂ? ਕਾਂ ਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ, ਅਤ ਉਜਲ ਸੁੰਦਰ ਸੁਖ ਰਾਸਾ। ਮਹਾਰਾਜ ਜੀ ਫਿਰ ਇੱਥੇ ਤਾਰੇ ਸਾਨੂੰ ਦਿਸਦੇ ਨਹੀਂ ਔਰ ਤਾਰੇ ਤੁਸੀਂ ਕਹਿੰਦੇ ਹੋ ਥੱਲੇ ਰਹਿ ਗਏ ਹਨ, ਤੇ ਫਿਰ ਇੱਥੇ ਇੰਨਾ ਸੁੰਦਰ ਦੁੱਧ ਵਰਗਾ ਚਿੱਟਾ ਪ੍ਰਕਾਸ਼ ਕਾਹਦਾ ਹੈ? ਸੁਣ ਸ੍ਰੀ ਨਾਨਕ ਬਚਨ ਉਚਾਰੇ, ਹਮ ਤੇ ਤਰੇ ਰਹੇ ਅਵਤਾਰੇ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਿਆ ਥੱਲੇ ਵੇਖ, ਤਾਰੇ ਸਾਡੇ ਤੋਂ ਥੱਲੇ ਰਹਿ ਗਏ ਹਨ।
ਨੀਚੇ ਕਰ ਮੁਖ ਲਿਹੋ ਨਿਹਾਰੀ ਰਹੇ ਪ੍ਰਕਾਸ਼ ਥਾਨ ਨਿਚਤਾ ਝਾਰੀ। ਕਹਿਣ ਲੱਗੇ ਥੱਲੇ ਝਾਕ ਕੇ ਦੇਖ ਮਰਦਾਨਿਆ, ਜਿਹੜੇ ਤਾਰੇ ਹਨ ਉਹ ਸਾਡੇ ਤੋਂ ਥੱਲੇ ਰਹਿ ਗਏ ਜੀ। ਹਮ ਤੇ ਊਰਦ ਏਕ ਲਖੀਜੈ ਨਾਮ ਤਰੂਜੈ ਪ੍ਰਗਟ ਪਨੀਜੈ। ਸਾਡੇ ਤੋਂ ਉੱਤੇ ਇੱਕ ਤਾਰਾ ਹੈ, ਭਾਵ ਧਰੂ। ਅੱਜ ਦੁਨੀਆ ਵਿੱਚ ਤਾਰੇ ਦੀ ਨਿਆਈ ਚਮਕਦਾ ਹੈ, ਜਿਸ ਦਾ ਪ੍ਰਕਾਸ਼ ਹੈ ਦੁਨੀਆ ਦੇ ਵਿੱਚ ਭਗਤੀ ਦਾ, ਭਜਨ ਬੰਦਗੀ ਦਾ। ਉਹ ਸਾਡੇ ਤੋਂ ਉੱਪਰ ਹੈ, ਬਾਕੀ ਸਾਰੇ ਥੱਲੇ ਰਹਿ ਗਏ ਹਨ। ਉਸ ਨੂੰ ਧਰੂ ਕਹਿੰਦੇ ਹਨ। ਤਾਂ ਕੋ ਯਹਾਂ ਪ੍ਰਕਾਸ਼ ਕਨੇਰੋ ਲਗੂ ਬਾਇਆ ਤਪ ਜਨ ਕੀਨ ਵਡੇਰੋ। ਇਹ ਜਿਹੜਾ ਪ੍ਰਕਾਸ਼ ਹੈ ਭਾਈ ਮਰਦਾਨਾ ਜੀ, ਇਹ ਉਸ ਧਰੂ ਭਗਤ ਦੇ ਪ੍ਰਤਾਪ ਦਾ, ਭਜਨ ਬੰਦਗੀ ਦਾ ਹੈ, ਜਿਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਬੜੀ ਤਪੱਸਿਆ ਕੀਤੀ ਹੈ। ਸਭ ਤੇ ਉੱਚੋ ਅਬ ਚਲ ਰਾਜੂ ਸੰਜੋਤ ਸੁਬਾ ਰਹਿਓ ਬਿਰਾਜੂ। ਜਿਸ ਨੇ ਸਭ ਤੋਂ ਉੱਚਾ ਤੇ ਨਿਹਚਲ ਰਾਜ, ਜਿਹੜਾ ਕਦੇ ਨਾ ਜਾਣ ਵਾਲਾ ਰਾਜ, ਭਾਵ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿਹੜਾ ਵਿਰਾਜ ਰਿਹਾ ਹੈ। ਕਿਉਂਕਿ ਧਰੂ ਨੇ ਪਾਤਸ਼ਾਹ ਤੋਂ ਇਹ ਬਖਸ਼ਿਸ਼ ਮੰਗੀ ਸੀ। ਜਿਸ ਵੇਲੇ ਧਰੂ ਨੂੰ ਦਰਸ਼ਨ ਹੋਏ ਸਨ ਪਰਮੇਸ਼ਰ ਦੇ, ਤੇ ਪਰਮੇਸ਼ਰ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀ ਇੱਛਾ ਪੂਰੀ ਕਰਕੇ ਵਿਦਾ ਹੋਣ ਲੱਗੇ, ਤਾਂ ਧਰੂ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਤੁਹਾਡੇ ਨਾਲ ਹੀ ਚੱਲਾਂਗਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਨਹੀਂ ਭਗਤ ਜੀ, ਤੁਸੀਂ ਤਾਂ ਹਜੇ ਰਾਜ ਕਰਨਾ ਹੈ, ਦੁਨੀਆ ਨੂੰ ਸੁੱਖ ਦੇਣਾ ਹੈ। ਕਹਿਣ ਲੱਗਿਆ ਜੀ ਮੈਂ ਤਾਂ ਰਾਜ ਨਹੀਂ ਕਰਨਾ, ਮੈਂ ਤੁਹਾਡੇ ਨਾਲ ਚੱਲਣਾ ਹੈ। ਕਹਿਣ ਲੱਗੇ ਕਾਹਦੇ ਵਾਸਤੇ? ਕਹਿਣ ਲੱਗੇ ਮੇਰਾ ਜੀ ਕਰਦਾ ਮੈਂ ਹਮੇਸ਼ਾ ਤੁਹਾਡੇ ਦਰਸ਼ਨ ਕਰਦਾ ਰਹਾਂ। ਕਹਿੰਦੇ ਤਥਾ ਅਸਤੂ, ਇਹ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗੇ, ਪਰ ਦੁਨੀਆ ਦੇ ਵਿੱਚ ਰਾਜ ਭਾਗ ਕਰਕੇ ਆਪਣਾ ਜੀਵਨ ਪੂਰਾ ਕਰਕੇ ਫਿਰ ਜਦ ਆਵੇਂਗਾ ਨਾ, ਮੈਂ ਤੈਨੂੰ ਆਪਣੇ ਦਰ ਤੇ, ਆਪਣੇ ਗੇਟ ਤੇ ਬਿਠਾ ਦੇਵਾਂਗਾ, ਡਿਉੜੀ ਤੇ ਮੇਰੇ ਆਉਂਦੇ ਜਾਂਦੇ ਦੇ ਦਰਸ਼ਨ ਕਰੀ ਚੱਲੀ। ਇਸ ਕਰਕੇ ਭਗਤ ਧਰੂ ਨੂੰ ਇਹ ਬਖਸ਼ਿਸ਼ ਹੋਈ ਸੀ, ਤੇ ਸਾਰੀ ਸ੍ਰਿਸ਼ਟੀ ਤੋਂ ਉੱਚਾ ਭਗਤ ਧਰੂ ਅੱਜ ਵਿਰਾਜਮਾਨ ਹੈ। ਔਰ ਜਿਸ ਦਾ ਰਾਜ ਕਰੇ ਜਾਂਦਾ ਨਹੀਂ, ਸੰਜੋਤ ਸ਼ੋਭਾ ਭਾਵ ਸ਼ੁਭਾਇਮਾਨ ਬੈਠਾ ਹੈ, ਸ਼ੋਭਾ ਸਮੇਤ ਚੰਗੀ ਸ਼ੋਭਾ ਹੋ ਰਹੀ ਹੈ, ਉਸ ਧਰੂ ਦੇ ਕੋਲ ਜਾਂਦੇ ਹਨ। ਬੋਲਿਓ ਮਰਦਾਨਾ ਵਡ ਭਾਗੀ ਕਥਾ ਸੁਣਨ ਕੋ ਜਿਹ ਰੁਚ ਜਾਗੀ। ਭਾਈ ਮਰਦਾਨੇ ਨੇ ਜਦੋਂ ਹੀ ਭਗਤ ਧਰੂ ਦਾ ਬਚਨ ਸੁਣਿਆ, ਨਾਮ ਸੁਣਿਆ, ਕਹਿਣ ਲੱਗਿਆ ਅੱਛਾ ਮਹਾਰਾਜ ਉਹਦੀ ਕੀ ਕਥਾ ਹੈ, ਉਹਦੇ ਬਾਰੇ ਵੀ ਦੱਸਣਾ ਕਰੋ ਜੀ। ਸ੍ਰੀ ਗੁਰੂ ਜੀ ਇਹ ਸਰਬ ਪ੍ਰਸੰਗਾ ਜਿਉ ਪਾਇਓ ਓਨ ਥਾਨ ਉਤੰਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੋ, ਇਸ ਭਗਤ ਧਰੂ ਨੇ ਇੰਨੀ ਉੱਚੀ ਪਦਵੀ ਕਿਵੇਂ ਪ੍ਰਾਪਤ ਕੀਤੀ, ਦੱਸਣਾ ਕਰੋ। ਬੈ ਲਗ ਤਪ ਕੀਨੋ ਕਿਹ ਕਾਰਨ ਪ੍ਰਭੂ ਰਜਾਏ ਵਿਪਤ ਬਿਦਾਰਨ। ਉਹਨਾਂ ਨੇ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਤਪੱਸਿਆ ਕਿਵੇਂ ਕਰ ਲਈ, ਕਿਵੇਂ ਪਰਮੇਸ਼ਰ ਨੂੰ ਖੁਸ਼ ਕੀਤਾ ਜੀ। ਸੋ ਸਭ ਮੁਝ ਕੋ ਦੇਹ ਸੁਨਾਈ ਚਲੋ ਹੋ ਬਾਹਰ ਦੇਖਾਂ ਤਿਹ ਤਾਈ। ਤੇ ਮਹਾਰਾਜ ਨਾਲ ਤਾਂ ਉਹਦੇ ਬਾਰੇ ਜਾਣਕਾਰੀ ਦਿਓ ਵੀ ਕੈਸਾ ਭਗਤ ਸੀ ਉਹ, ਤੇ ਨਾਲੇ ਉਹਨਾਂ ਦੇ ਦਰਸ਼ਨ ਵੀ ਕਰਵਾਓ ਜੀ। ਅਸ ਪ੍ਰਕਾਰ ਕੇ ਸੁਣ ਕਰ ਬੈਨਾ ਬੋਲੇ ਸ੍ਰੀ ਨਾਨਕ ਗੁਣ ਐਨਾ। ਇੰਨੇ ਬਚਨ ਕਰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਜੀ ਫਿਰ ਕਹਿਣ ਲੱਗੇ, ਸਕਲ ਧਰਵ ਕੋ ਸੁਣੋ ਪ੍ਰਸੰਗਾ ਭੋ ਮਰਦਾਨੇ ਸੰਗ ਅਮੰਗਾ। ਕਹਿਣ ਲੱਗੀ ਆ ਮਰਦਾਨਿਆ ਤੈਨੂੰ ਧਰੂ ਭਗਤ ਦਾ ਸਾਰਾ ਪ੍ਰਸੰਗ ਸੁਣਾ ਦਿੰਦੇ ਹਾਂ। ਪੂਰਬ ਭਇਓ ਏਕ ਭੂਪਾਲਾ ਸੰਪੂ ਮਨ ਜਿਹ ਨਾਮ ਵਿਸਾਲਾ। ਤਾਂ ਸਤਿਗੁਰੂ ਪਾਤਸ਼ਾਹ ਜੀ ਫਿਰ ਧਰੂ ਭਗਤ ਦੀ ਜਿਵੇਂ ਉਹਨਾਂ ਦਾ ਜਨਮ ਹੋਇਆ, ਜਿਵੇਂ ਭਗਤੀ ਕੀਤੀ, ਇਹ ਸਾਰੀ ਕਥਾ ਸੁਣਾਉਣ ਲੱਗੇ। ਕਹਿੰਦੇ ਪਿਛਲੇ ਸਮੇਂ ਵਿੱਚ ਇੱਕ ਰਾਜਾ ਹੋਇਆ ਸ਼ੰਭੂ ਮੁਨੀ। ਇਹ ਸ਼ੰਭੂ ਮੁਨੀ ਜਿਹੜਾ ਰਾਜਾ ਹੋਇਆ ਹੁਤੀ ਭਾਰ ਜਾ ਤੇ ਸਤ ਰੂਪਾ ਤਿਨ ਤੇ ਦਵੈ ਸੁਤ ਭਏ ਅਨੂਪਾ। ਔਰ ਉਸ ਦੀ ਘਰ ਵਾਲੀ ਸਤ ਰੂਪਾ, ਜਿਸ ਤੋਂ ਅੱਗੇ ਦੋ ਪੁੱਤਰ ਹੋਏ ਜੀ। ਪ੍ਰਿਆ ਵਰਤ ਏਕ ਬਿਦਤ ਜਗ ਮਾਹੀ ਜਿਹ ਰਥ ਪਹੀਨ ਉਦਦ ਖਟਾਈ। ਉਸ ਦਾ ਇੱਕ ਪੁੱਤਰ ਸੀ ਪ੍ਰਿਆ ਵਰਤ, ਜਿਹਦੇ ਰਥ ਦੇ ਪਹੀਏ ਇਤਨੇ ਤਕੜੇ ਸਨ, ਮਜ਼ਬੂਤ ਸਨ, ਵੱਡੇ ਸਨ ਕਿ ਜਿਸ ਦੇ ਚੱਲਣ ਕਰਕੇ ਆ ਸਮੁੰਦਰ ਬਣੇ ਹਨ। ਕਹਿੰਦੇ ਸਮੁੰਦਰਾਂ ਦੀ ਜਿਹੜੀ ਖਾੜੀ ਹੈ
ਇਹ ਕਹਿਣ ਲੱਗੇ ਪ੍ਰਿਆਵਰਤ ਰਾਜੇ ਦੇ ਜੋ ਸੰਸਾਰ 'ਚ ਬੜਾ ਮਸ਼ਹੂਰ ਹੋਇਆ ਹੈ, ਰੱਥ ਦੇ ਪਹੀਆਂ ਨਾਲ ਬਣੀ ਹੈ। ਦੁਤੀਆ ਉਤਾਨ ਪਾਦ ਨਿਰਪਾਲਾ ਭੂਕੋ ਕਰ ਹੀ ਰਾਜ ਬਸਾਲਾ। ਤੇ ਦੂਸਰਾ ਰਾਜਾ ਹੋਇਆ ਉਤਾਨ ਪਾਦ, ਜਿਸ ਨੇ ਇਸ ਧਰਤੀ ਤੇ ਰਾਜ ਕੀਤਾ ਜੀ। ਤਿਹ ਕੇ ਸਦਨ ਹੁਤੀ ਯੁਗ ਨਾਰੀ ਇੱਕ ਅਨੇਕ ਪ੍ਰਾਨਣ ਪਿਆਰੀ। ਇਸ ਰਾਜੇ ਉਤਾਨ ਪਾਦ ਦੇ ਘਰੇ 2 ਇਸਤਰੀਆਂ ਸਨ, 2 ਰਾਣੀਆਂ ਸਨ। ਜਿਹੜੀ ਇੱਕ ਰਾਣੀ ਸੀ ਉਸ ਨੂੰ ਬੜਾ ਹੀ ਪਿਆਰ ਕਰਦਾ ਸੀਗਾ, ਥੋੜਾ ਇੱਕ ਨੂੰ ਘੱਟ ਕਰਦਾ ਸੀ। ਬਸੀ ਸ੍ਰੁਚ ਕੇ ਅਸ ਬਿਦ ਸੁਆਉ ਮਨੋ ਮੋਲ ਕੋ ਲੀਨੋ ਕੋ। ਤਾਂ ਮਾਨੋ ਇਹ 2 ਰਾਣੀਆਂ ਸਨ, ਸ਼ਰੁਤੀ ਤੇ ਸਰੁਚੀ। ਜਿਹੜੀ ਸਰੁਚੀ ਛੋਟੀ ਸੀਗੀ, ਇਸ ਰਾਣੀ ਨੂੰ ਇੰਨਾ ਪਿਆਰ ਕਰਦਾ ਸੀ ਜਿਵੇਂ ਮਾਨੋ ਇਸ ਨੂੰ ਮੁੱਲ ਖਰੀਦਿਆ ਹੋਵੇ ਜੀ। ਦੁਤੀ ਸੁਨੀਤਾ ਸੋ ਨਹਿ ਨੇਹਾ ਪੁਰਾ ਤਰੋ ਪ੍ਰਗਟਿਓ ਜਸ ਗ੍ਰੇਹਾ। ਔਰ ਦੂਸਰੀ ਰਾਣੀ ਸੀ ਸੁਨੀਤਾ ਤੇ ਸਰੁਚੀ, ਇਹ 2 ਰਾਣੀਆਂ ਸਨ। ਤਾਂ ਸੁਨੀਤਾ ਦੇ ਨਾਲ ਇਹ ਉਹਨਾਂ ਪਿਆਰ ਨਹੀਂ ਸੀ ਕਰਦਾ ਜਿੰਨਾ ਛੋਟੀ ਰਾਣੀ ਸਰੁਚੀ ਨਾਲ ਕਰਦਾ ਸੀਗਾ। ਸੁਨੀਤਾ ਦੇ ਪਹਿਲਾ ਪੁੱਤਰ ਪ੍ਰਗਟ ਹੋਇਆ ਧਰੂ ਭਗਤ। 5 ਬਰਖ ਧਰੂ ਕੀ ਭੀ ਬੈਸਾ ਇੱਕ ਦਿਨ ਗਇਓ ਤਾਤ ਜੇਹ ਬੈਸਾ। ਔਰ ਰਾਜਾ ਕਹਿੰਦੇ ਕਿਧਰੇ ਗਿਆ ਹੋਇਆ ਸੀ ਬਾਹਰ, ਜਦ ਬਾਹਰੋਂ ਮੁੜ ਕੇ ਹੋਇਆ ਇਨ ਆਇਆ ਤਾਂ ਇਨ੍ਹਾਂ ਸਮਿਆਂ ਦੇ ਵਿੱਚ ਧਰੂ ਦੀ ਉਮਰ ਜਿਹੜੀ ਆ ਲਗਭਗ 5 ਸਾਲ ਦੀ ਹੋ ਗਈ ਸੀ। ਇੱਕ ਦਿਨ 5 ਸਾਲ ਦਾ ਹੋਇਆ ਧਰੂ, ਤੇ ਰਾਜਾ ਬਾਹਰੋਂ ਕਿਸੇ ਜੰਗ ਤੋਂ ਕਿਸੇ ਮੁਹਿੰਮ ਤੋਂ ਵਾਪਸ ਆਇਆ, ਤੇ ਧਰੂ ਦਾ ਵੀ ਜੀ ਕੀਤਾ ਕਿ ਮੈਂ ਬਾਪੂ ਨੂੰ ਮਿਲ ਕੇ ਆਵਾਂ। ਤੇ ਇਹ ਰਾਜਾ ਵਿਹੜੇ ਦੇ ਵਿੱਚ ਬੈਠਾ ਹੈ ਤੇ ਧਰੂ ਉਸ ਨੂੰ ਮਿਲਣ ਗਿਆ ਹੈ ਜੀ। ਸਹਿਤ ਦੁਲਾਰ ਅੰਕ ਕੇ ਮਾਹੀ ਬੈਠਿਓ ਚਾਵਰ ਦੇ ਬਹੁ ਜਾਹੀ। ਰਾਜਾ ਬੜੇ ਖੁਸ਼ ਬੈਠਾ ਹੈ ਤੇ ਜਦ ਇਸ ਦਾ ਪੁੱਤਰ ਧਰੂ ਵਿਹੜੇ ਵਿੱਚ ਆਇਆ, ਮਹਿਲਾਂ ਵਿੱਚ ਆਇਆ, ਇਹਨੂੰ ਚਾਹ ਚੜ ਗਿਆ ਹੈ। ਤਬ ਤੇ ਕਾਲ ਬਿਮਾਤਾ ਆਈ ਦੇਖ ਸੌਤ ਸੁਤ ਰਸ ਉਪਜਾਈ। ਔਰ ਇਸਨੇ ਦੁਲਾਰ ਪਿਆਰ ਕਰਦਿਆਂ ਹੋਇਆਂ ਧਰੂ ਨੂੰ ਚੱਕ ਕੇ ਗੋਦ ਵਿੱਚ ਬਿਠਾ ਲਿਆ, ਉਹਦੇ ਨਾਲ ਪਿਆਰ ਕਰਨ ਲੱਗਿਆ, ਬੜਾ ਖੁਸ਼ ਹੋਇਆ। ਤੇ ਉਸੇ ਵੇਲੇ ਕਹਿੰਦੇ ਉਸੇ ਸਮੇਂ ਬੇਮਾਤਾ ਹੁੰਦੀ ਹੈ ਜਿਹੜੀ ਹੋਵੇ ਤਾਂ ਪਿਓ ਦੇ ਘਰ ਵਾਲੀ, ਪਰ ਉਸਦੇ ਪੇਟੋਂ ਬੱਚੇ ਨੇ ਜਨਮ ਨਾ ਲਿਆ ਹੋਵੇ, ਸੌਕਣ ਜਿਹਨੂੰ ਕਹਿੰਦੇ ਆ ਮਾਲਵੇ ਦੇ ਵਿੱਚ, ਪੰਜਾਬ ਦੇ ਵਿੱਚ। ਇਹ ਸੌਕਣ ਅਸਲ ਦੇ ਵਿੱਚ ਸੀਤਾ ਸੁਨੀਤਾ ਦੀ ਛੋਟੀ ਭੈਣ ਹੀ। ਇਸ ਦਾ ਵੀ ਪਿੱਛੇ ਕਹਾਣੀ ਹੈ ਕਿ ਸੁਨੀਤਾ ਦੇ ਕਾਫੀ ਸਮਾਂ ਬੱਚਾ ਨਹੀਂ ਹੋਇਆ। ਸੁਨੀਤਾ ਨੇ ਸੋਚਿਆ ਮੇਰੇ ਬੱਚਾ ਨਹੀਂ ਹੁੰਦਾ, ਚਲੋ ਮੇਰੇ 'ਚ ਕੋਈ ਨੁਕਸ ਹੋਣਾ, ਕਿਉਂ ਨਾ ਮੈਂ ਰਾਜ ਭਾਗ ਦੇ ਵਾਸਤੇ ਆਪਣੀ ਛੋਟੀ ਭੈਣ ਦਾ ਸਾਕ ਕਰਵਾ ਦੇਵਾਂ, ਉਹਦੇ ਪੁੱਤਰ ਹੋ ਜਾਵੇਗਾ, ਚਲੋ ਵੀ ਮੇਰਾ ਹੀ ਬੱਚਾ ਹੋਵੇਗਾ, ਮੇਰਾ ਭਾਣਜਾ ਹੋਵੇਗਾ। ਇਹ ਸੋਚ ਕੇ ਸੁਨੀਤਾ ਨੇ ਕਹਿੰਦੇ ਸਰੁਚੀ ਦਾ ਸਾਕ ਰਾਜੇ ਨੂੰ ਲੈ ਆਂਦਾ। ਸਮਾਂ ਆਉਂਦਾ ਗਿਆ, ਰਾਜੇ ਦਾ ਜਿਹੜਾ ਮੋਹ ਸੀ ਇਸ ਛੋਟੀ ਰਾਣੀ ਸਰੁਚੀ ਨਾਲ ਬਹੁਤ ਵੱਧ ਗਿਆ। ਸੁਨੀਤਾ ਨਾਲ ਪਿਆਰ ਘਟ ਗਿਆ, ਉਸਦੇ ਮਹਿਲ ਅਲੱਗ ਪਾ ਦਿੱਤੇ। ਇੱਕ ਦਿਨ ਕੀ ਹੋਇਆ, ਕਹਿੰਦੇ ਕੋਈ ਸਾਧੂ ਪ੍ਰਸ਼ਾਦਾ ਛਕਣ ਦੇ ਵਾਸਤੇ ਸੁਨੀਤਾ ਦੇ ਬਾਰ ਵਿੱਚ ਆ ਗਿਆ। ਇਹ ਸੀ ਦਇਆ ਵਾਲੀ ਬੀਬੀ, ਔਰ ਇਸਨੇ ਸਾਧੂ ਨੂੰ ਬੁਲਾ ਕਰਕੇ ਭੋਜਨ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸਾਧੂ ਨੇ ਕਹਿੰਦੀ ਉਹ ਪ੍ਰਸ਼ਾਦਾ ਛਕ ਲਿਆ, ਤੇ ਛਕਦਿਆਂ ਕਿਹਾ ਬੇਟਾ ਕੋਈ ਬਾਲ ਬੱਚਾ ਦਿਖਾਈ ਦਿੰਦਾ ਨਹੀਂ ਘਰ ਦੇ ਵਿੱਚ। ਸੁਨੀਤਾ ਨੇ ਕਿਹਾ ਪਾਤਸ਼ਾਹ ਪੁੱਤਰ ਹੋਇਆ ਹੀ ਨਹੀਂਗਾ, ਸਾਡੇ ਬੱਚਾ ਹੋਇਆ ਨਹੀਂ ਕੋਈ। ਤੋ ਸਾਧੂ ਖੁਸ਼ੀ ਵਿੱਚ ਆਇਆ, ਕਹਿਣ ਲੱਗਿਆ ਠੀਕ ਹੈ ਤੇਰੇ ਹੁਣ ਪੁੱਤਰ ਹੋਵੇਗਾ। ਸੁਨੀਤਾ ਕਹਿਣ ਲੱਗੀ ਜੀ ਮੈਨੂੰ ਤਾਂ ਹੁਣ ਕੋਈ ਲੋੜ ਨਹੀਂ, ਮੇਰੀ ਛੋਟੀ ਭੈਣ ਰਾਜੇ ਦੇ ਘਰ ਵਿਆਹੀ ਹੋਈ ਆ, ਉਹਦੇ ਹੋ ਜਾਵੇ। ਕਹਿੰਦੇ ਉਹਦੇ ਵੀ ਹੋ ਜਾਊਗਾ, ਤੇਰੇ ਵੀ ਹੋਵੇਗਾ। ਇਹ ਬਚਨ ਕਰਕੇ ਉਹ ਸਾਧੂ ਚਲਿਆ ਗਿਆ। ਤਾਂ ਉਹਨਾਂ ਸਮਿਆਂ ਵਿੱਚ ਜੇ ਕੋਈ ਰਾਤ ਨੂੰ ਕਵੇਲੇ ਬਾਹਰੋਂ ਆਉਂਦਾ ਸੀ ਤੇ ਨਗਰ ਨੂੰ ਇੱਕ ਕਿਲਾ ਬਣਾਇਆ ਹੋਇਆ ਸੀ, ਤੇ ਉਸ ਗੇਟ ਤੋਂ ਬਾਹਰ ਉਹਨੂੰ ਰਹਿਣਾ ਪੈਂਦਾ ਸੀਗਾ। ਤੇ ਇੱਕ ਦਿਨ ਕੁਦਰਤੀ ਰਾਜਾ ਵੀ ਕਹਿੰਦੇ ਇਸ ਕਿਲੇ ਤੋਂ ਬਾਹਰ ਰਹਿ ਗਿਆ, ਲੇਟ ਆਇਆ, ਤੇ ਉਹਦਾ ਮਹਿਲ ਜਿਹੜਾ ਸੀ ਸੁਨੀਤਾ ਦਾ ਉਹ ਕਿਲੇ ਤੋਂ ਬਾਹਰ ਸੀ। ਤੇ ਕਹਿੰਦੇ ਇਸ ਦਿਨ ਰਾਤ ਇਹਨੇ ਰਾਜੇ ਨੇ ਸੁਨੀਤਾ ਦੇ ਕੋਲ ਕੱਟੀ, ਬਹਾਨਾ ਬਣਿਆ, ਤਾਂ ਇਹਦੇ ਘਰੇ ਧਰੂ ਦਾ ਜਨਮ ਹੋ ਗਿਆ। ਗੁਰੂ ਪਿਆਰਿਓ, ਸਮਾਂ ਬਤੀਤ ਹੁੰਦਾ ਗਿਆ। ਇਸ ਤਰ੍ਹਾਂ ਦੂਜੀ ਰਾਣੀ ਹੈ ਜਿਹੜੀ ਸਰੁਚੀ, ਉਹਦੇ ਵੀ ਅੱਗੇ ਜਾ ਕੇ ਪੁੱਤਰ ਪੈਦਾ ਹੋਇਆ। ਤਾਂ ਇਸ ਤਰ੍ਹਾਂ ਇੱਧਰ ਦੁਤੀ ਸੁਨੀਤਾ ਸੋ ਨ ਨੇਹਾ, ਇਹਦੇ ਪਹਿਲਾ ਪੁੱਤਰ ਹੋ ਗਿਆ
5 ਬਰਖ ਧਰੁਵਕੀ ਪਈ ਵੈਸਾ, ਇਹ 5 ਸਾਲਾਂ ਦਾ ਹੋ ਗਿਆ ਜਦੋਂ ਕਿਤੇ ਰਾਜਾ ਬਾਹਰੋਂ ਚੱਲ ਕੇ ਆਇਆ ਸੀ। ਹੁਣ ਕੀ ਹੋਇਆ, ਜਦੋਂ ਇਹ ਖੇਡਦਾ ਆਪਣੇ ਪਿਤਾ ਦੇ ਘਰ ਚਲਿਆ ਗਿਆ, ਪਿਤਾ ਨੇ ਇਸ ਨੂੰ ਬੁੱਕਲ ਵਿੱਚ ਬਿਠਾ ਲਿਆ ਤੇ ਬੁੱਕਲ ਦੇ ਵਿੱਚ ਬਿਠਾ ਕੇ ਲਾਡ ਪਿਆਰ ਕੀਤਾ। ਤਾਂ ਉਹ ਜਿਹੜੀ ਛੋਟੀ ਰਾਣੀ ਸੀ ਉਸ ਨੂੰ ਈਰਖਾ ਹੋਈ ਵੀ ਜੇ ਰਾਜੇ ਦਾ ਪਿਆਰ ਇਹਦੇ ਨਾਲ ਵੱਧ ਗਿਆ ਤੇ ਰਾਜੇ ਨੇ ਮੇਰੇ ਪੁੱਤਰ ਨੂੰ ਰਾਜ ਨਹੀਂ ਦੇਣਾ, ਇਸ ਕਰਕੇ ਉਹ ਗੁੱਸੇ ਵਿੱਚ ਆਈ ਹੈ। ਕਰ ਗਹਿ ਬਲ ਸੋ ਦੀਨ ਉਠਾਈ, ਬਹੁ ਕਠੋਰ ਮੁਖ ਗਿਰਾ ਅਲਾਈ। ਔਰ ਗੁੱਸੇ ਦੇ ਵਿੱਚ ਆ ਗਈ ਹੈ, ਬੜੇ ਹੀ ਕਠੋਰ ਵਚਨ ਬੋਲਦੀ ਹੋਈ ਭਾਈ ਸਾਹਿਬ ਧਰੁਵ ਭਗਤ ਜੀ ਨੂੰ ਕਹਿੰਦੀ, ਉਸ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਇੱਕ ਬਾਂਹ ਤੋਂ ਫੜਿਆ ਹੈ। ਬੈਸਣ ਪਿਤ ਕੇ ਅੰਕ ਮਝਾਰਾ, ਨਹਿ ਬਾਲਕ ਤੇਰੋ ਅਧਿਕਾਰਾ। ਔਰ ਉਸ ਨੂੰ ਚੱਕ ਕੇ ਗੋਦ ਚੋਂ ਬਾਹਰ ਸਿੱਟ ਦਿੱਤਾ ਨਾਲੇ ਕਹਿਣ ਲੱਗੀ, ਤੂੰ ਇਸ ਪਿਤਾ ਦੀ ਗੋਦ ਵਿੱਚ ਬੈਠਣ ਦਾ ਅਧਿਕਾਰੀ ਨਹੀਂ ਹੈਗਾ ਜੀ। ਜੇ ਪਦ ਲੇਵਨ ਇਸ਼ ਤੇਰੇ, ਕਰੋ ਕਠਨ ਜਪ ਤਾਪ ਕਨੇਰੇ। ਜੇ ਤੂੰ ਇਹ ਪਦਵੀ ਲੈਣੀ ਸੀ, ਭਾਵ ਇਸ ਪਿਤਾ ਦੀ ਗੋਦ ਵਿੱਚ ਬੈਠਣਾ ਸੀ, ਤਾਂ ਤੈਨੂੰ ਤਪੱਸਿਆ ਕਰਨੀ ਚਾਹੀਦੀ ਸੀ। ਐਸਾ ਤਾਨਾ ਉਸ ਗੁਰੂ ਪਿਆਰੋ ਸੌਕਣ ਨੇ ਸੁਨੀਤਾ ਦੀ ਛੋਟੀ ਭੈਣ ਨੇ, ਭਾਵੇਂ ਲੱਗਦੀ ਇਹਦੀ ਮਾਸੀ ਸੀ, ਪਰ ਜਦ ਅੱਗੇ ਚੱਲ ਕੇ ਬੱਚੇ ਹੋ ਜਾਂਦੀ ਹੈ ਫਿਰ ਜਿਹੜਾ ਮੋਹ ਖਤਮ ਹੋ ਜਾਂਦਾ ਸਕੀਆਂ ਭੈਣਾਂ ਦਾ ਵੀ। ਇਸ ਤਰ੍ਹਾਂ ਇਹਦਾ ਮੋਹ ਖਤਮ ਹੋ ਗਿਆ ਤੇ ਇਸ ਨੇ ਆਪਣੇ ਭੈਣ ਦੇ ਪੁੱਤਰ ਨਾਲ ਹੀ ਸੌਕਣਾ ਵਾਲਾ ਵਰਤਾਓ ਕੀਤਾ ਹੈ ਤੇ ਬੱਚਾ ਰੋਣ ਲੱਗਿਆ ਜੀ। ਬ੍ਰਤ ਸਾਧ ਪੁਨ ਨਿਜ ਤਨ ਤਿਆਗੀ, ਜਨਮ ਉਦਰ ਮਮ ਹੋ ਵਡ ਭਾਗੀ। ਕਹਿਣ ਲੱਗੀ, ਜੇ ਤੂੰ ਇਸ ਪਿਤਾ ਦੀ ਗੋਦ ਵਿੱਚ ਬਹਿਣਾ ਹੈ ਤੇ ਜਾ ਤੂੰ ਚਲਿਆ ਜਾ ਕੇ ਪਹਿਲਾਂ ਸਿਮਰਨ ਭਜਨ ਬੰਦਗੀ ਤਪੱਸਿਆ ਕਰ, ਫਿਰ ਤੂੰ ਮੇਰੀ ਕੁੱਖ ਚੋਂ ਜਨਮ ਲੈ, ਫਿਰ ਇਸ ਪਿਤਾ ਦੀ ਗੋਦ ਵਿੱਚ ਬੈਠ ਸਕਦਾ ਹੈ ਜੀ। ਤਬ ਤੋਹਿ ਚਿਤ ਰਾਜ ਕੋ ਲੈਨਾ, ਅਸ ਕਹਿ ਚਿਰ ਕਿਉ ਰਸ ਪਰ ਨੈਣਾ। ਤਾਂ ਇਸ ਤਰ੍ਹਾਂ ਤੂੰ ਫਿਰ ਰਾਜ ਦਾ ਅਧਿਕਾਰੀ ਕਾ ਬਣ ਸਕਦਾ ਹੈ। ਇੰਨੀ ਗੱਲ ਕਹਿ ਕੇ ਕਹਿੰਦੀ ਉਸਨੇ ਉਸ ਨੂੰ ਝਿੜਕ ਕੇ ਗੁੱਸੇ ਵਿੱਚ ਘਰੋਂ ਬਾਹਰ ਕੱਢ ਦਿੱਤਾ ਜੀ। ਦੀਨ ਪਇਓ ਰੋਦਨ ਵਡ ਕੀਨਾ, ਤੇ ਬਸ ਨਿਰਪ ਨਹਿ ਆਦਰ ਦੀਨਾ। ਉਹ ਰਾਜਾ ਜਿਹੜਾ ਸੀਗਾ ਇਸ ਰਾਣੀ ਦੇ ਮੋਹ ਵਿੱਚ ਫਸਿਆ ਹੋਇਆ ਸੀਗਾ। ਇਹ ਉਸ ਰਾਣੀ ਸਾਹਮਣੇ ਗੁੱਸਾ ਵੀ ਨਹੀਂ ਸੀ ਕਰਦਾ, ਡਰਦਾ ਸੀ ਉਸ ਤੋਂ, ਕੋਲੇ ਮੋਹ ਵਿੱਚ ਫਸਿਆ ਸੀਗਾ। ਇਸ ਕਰਕੇ ਉਹ ਜੇ ਤਾਂ ਦੁਬਾਰਾ ਧਰੁਵ ਨੂੰ ਚੱਕ ਲੈਂਦਾ ਤੇ ਰਾਣੀ ਨੂੰ ਝਿੜਕ ਦਿੰਦਾ, ਬੱਚੇ ਦਾ ਗੁੱਸਾ ਠੰਡਾ ਹੋ ਜਾਂਦਾ। ਪਰ ਉਸਨੇ ਨਾ ਰਾਣੀ ਨੂੰ ਝਿੜਕਿਆ ਤੇ ਨਾ ਬੱਚੇ ਨੂੰ ਚੱਕਿਆ ਜੀ। ਮੋਚਤ ਲੋਚਨ ਤੇ ਜਲ ਧਾਰਾ, ਬਚਨ ਬਾਣ ਬਿਦ ਗਇਓ ਵਿਚਾਰਾ। ਔਰ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗਿਆ। ਔਰ ਜਿਹੜੇ ਮਾਂ ਨੇ ਬਚਨ ਕੀਤੇ ਸਨ ਬਈ ਤੂੰ ਇਸ ਪਿਤਾ ਦੀ ਗੋਦ ਵਿੱਚ ਨਹੀਂ ਬਹਿ ਸਕਦਾ, ਉਹਦੇ ਹਿਰਦੇ ਨੂੰ ਬਿੰਨ ਗਏ ਤੀਰਾਂ ਦੀ ਤਰ੍ਹਾਂ। ਜਾਗਿਓ ਹਿਰਦੇ ਕ੍ਰੋਧ ਕਨੇਰਾ, ਮਨੋ ਸਰਪ ਕਿਨ ਪਗ ਸੂ ਸ਼ੇਰਾ। ਔਰ ਇੰਨਾ ਗੁੱਸਾ ਭਗਤ ਧਰੁਵ ਜੀ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ, ਪੈਦਾ ਹੋ ਗਿਆ ਹੈ, ਜਿਵੇਂ ਕਿਸੇ ਨੇ ਸੱਪ ਦੇ ਉੱਤੇ ਪੈਰ ਧਰਤਾ ਹੋਵੇ। ਪ੍ਰਕਟ ਆਧਾਰ ਲੇਤ ਵਡ ਸਵਾਸਾ, ਰੋਵਤ ਆਵਾ ਜਨਨ ਅਵਾਸਾ। ਇਉਂ ਬੁੱਲ ਫਰਕਦੇ ਐ, ਹਿਰਦੇ ਦੇ ਵਿੱਚ ਲੰਮੇ ਲੰਮੇ ਸਵਾਸ ਲੈਂਦਾ ਹੈ, ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ, ਹੌਂਕੇ ਲੈਂਦਾ ਰੋਂਦਾ ਹੋਇਆ ਉਥੋਂ ਚਲਿਆ ਗਿਆ ਜੀ। ਬਦਨ ਮਲੀਨ ਹੇਰ ਸੁਤ ਕੇਰਾ, ਭਈ ਦੁਖੀ ਕਰ ਸ਼ੋਕ ਕਨੇਰਾ। ਔਰ ਅੱਖਾਂ 'ਚੋਂ ਪਾਣੀ ਆਉਣ ਕਰਕੇ ਅੱਖਾਂ ਮਲੀਆਂ ਹੋਈਆਂ ਤੇ ਚਿਹਰਾ ਵੀ ਇਸ ਦਾ ਮਲੀਨ ਹੋ ਗਿਆ ਹੈ। ਔਰ ਪੁੱਤਰ ਦਾ ਮਲੀਨ ਚਿਹਰਾ ਦੇਖ ਕਰਕੇ ਮਾਂ ਨੂੰ ਬੜਾ ਦੁੱਖ ਹੋਇਆ ਹੈ ਕਿ ਮੇਰੇ ਬੱਚੇ ਨੂੰ ਕਿਹਨੇ ਰਵਾ ਦਿੱਤਾ ਹੈ ਜੀ। ਅਪਰ ਨਰਨ ਤੇ ਸੁਣ ਸੁਧ ਸਾਰੀ, ਰੁਦਤ ਦ੍ਰਿਗਣ ਤੇ ਅੰਸੁਨ ਡਾਰੀ। ਤੇ ਜਦੋਂ ਕੋਈ ਨੌਕਰ ਚਾਕਰ ਪਿੱਛੇ ਆਇਆ ਹੋਣਾ ਬੱਚੇ ਨੂੰ ਘਰੇ ਛੱਡਣ ਵਾਸਤੇ, ਉਹਨਾਂ ਪੁੱਛਿਆ ਕੀ ਗੱਲ ਹੋ ਗਈ। ਉਹ ਕਹਿਣ ਲੱਗੇ ਅਸਲ ਦੇ ਵਿੱਚ ਆਹ ਗੱਲ ਹੋਈ ਹੈ, ਇਹਦੀ ਮਾਸੀ ਨੇ ਰਾਜੇ ਦੀ ਗੋਦ ਚੋਂ ਚੱਕ ਕੇ ਥੱਲੇ ਤਾਰ ਦਿੱਤਾ ਹੈ ਤੇ ਇਹ ਰੋਣ ਲੱਗ ਪਿਆ ਹੈ। ਇਹ ਸਾਰੀ ਗੱਲ ਸੁਨੀਤਾ ਰਾਣੀ ਵੀ ਸਮਝ ਗਈ ਹੈ ਤੇ ਉਹ ਵੀ ਗੁਰੂ ਪਿਆਰਿਓ ਅੱਖਾਂ ਦੇ ਵਿੱਚੋਂ ਪਾਣੀ ਗੇਰ ਕੇ ਰੋਣ ਲੱਗੇ ਜੀ। ਸਬਤ ਗਿਰਾ ਤੇ ਮਨ ਬਿਕਲਾਨੀ, ਰਤਾ ਖੇਦ ਕਰ ਜਨ ਕੋ ਮਲਾਨੀ। ਔਰ ਇੰਨੀ ਦੁਖੀ ਹੋ ਗਈ ਹੈ, ਆਪਣੀ ਭੈਣ ਨੂੰ ਸੌਕਣ ਵਰਗਾ ਵਤੀਰਾ ਕਰਦਿਆਂ ਵੇਖ ਕੇ
ਮਨ ਵਿਆਕਲ ਹੋ ਗਿਆ ਹੈ, ਇੰਨੀ ਦੁਖੀ ਹੋ ਗਈ ਆ ਜਿਵੇਂ ਕੋਈ ਕੋਮਲ ਵੇਲ ਪਾਣੀ ਤੋਂ ਬਗੈਰ ਕੁਮਲਾ ਜਾਵੇ ਜੀ। ਬਦਨਾ ਬੁਝ ਬਹੁ ਕੀਨ ਮਲੀਨਾ, ਨਿਜ ਸੁਤ ਅੰਕ ਬਿਖੈ ਤਬ ਲੀਨਾ। ਹੁਣ ਇਸ ਨੇ ਕਮਲ ਵਰਗਾ ਮੁਲਖੜਾ ਆਪਣਾ ਵੀ ਮੈਲਾ ਕਰ ਲਿਆ ਰੋ ਰੋ ਕੇ, ਤੇ ਨਾਲੇ ਇਸ ਨੇ ਆਪਣੇ ਪੁੱਤਰ ਧਰੋ ਨੂੰ ਗੋਦ ਵਿੱਚ ਲਿਆ ਹੈ ਜੀ। ਊਬ ਸਵਾਸ ਲੈ ਬਚਨ ਬਖਾਨੇ, ਸੁਣੋ ਪੁੱਤਰ ਇਵ ਲੇਹ ਪਛਾਨੇ। ਔਰ ਹੋ ਕੇ ਲੈਂਦਾ ਹੋਇਆ ਪੁੱਤਰ ਪੁੱਛਦਾ ਹੈ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ, ਧਰੂ ਰੋਂਦਾ ਘਰ ਆਇਆ, ਰੋਂਦਾ ਹੋਇਆ ਬੱਚਾ ਘਰੇ ਆ ਗਿਆ ਤੇ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਦੱਸ ਰਾਣੀ ਹੈ ਕਿ ਨੌਕਰਾਣੀ ਹੈ। ਤੇ ਰਾਣੀ ਨੇ ਅੱਗੋਂ ਕੀ ਕਿਹਾ, ਪੁੱਤਰ ਅਸੀਂ ਜਨਮ ਦੀ ਤਾਂ ਨੌਕਰਾਣੀ ਹਾਂ, ਪਰ ਕਰਮਾ ਕਰਕੇ ਜਨਮ ਦੀ ਰਾਣੀ ਹਾਂ, ਪਰ ਕਰਮਾ ਕਰਕੇ ਸਾਡੀ ਹਾਲਤ ਨੌਕਰਾਂ ਵਰਗੀ ਹੈ। ਕਹਿਣ ਲੱਗਿਆ ਕਿਉਂ? ਤੇ ਮਾਤਾ ਫਿਰ ਦੱਸਦੀ ਆ, ਪੁੱਤਰ ਆਪਣਾ ਤਪੱਸਿਆ ਭਗਤੀ ਦੇ ਵਿੱਚ ਕੋਈ ਘਾਟ ਰਹੀ ਹੈ। ਵਾਕਿਆ ਹੀ ਮਿਲਦਾ ਤਾਂ ਕਰਮਾਂ ਦਾ ਫਲ ਹੀ ਹੈ ਸਭ ਨੂੰ। ਤੋ ਸਿਆਣੀ ਮਾਤਾ ਜੋ ਭਗਤ ਬੰਦਗੀ ਵਾਲੀ ਸੀ, ਭਜਨ ਬੰਦਗੀ ਵਾਲੀ ਸੀ, ਇਸ ਨੇ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾਇਆ ਹੈ, ਲੰਮੇ ਹੋ ਕੇ ਲੈਣ ਵਾਲੇ ਬੱਚੇ ਨੂੰ ਸ਼ਾਂਤ ਕੀਤਾ ਹੈ ਔਰ ਕਹਿਣ ਲੱਗੇ ਜੀ, ਦੁਖ ਸੁਖ ਕੋ ਨਾ ਦੇਤ ਕਹਿ ਤਾਈ, ਕਰਮ ਕਰੈ ਜਸ ਤਸ ਫਲ ਪਾਈ। ਪੁੱਤਰ ਮਾਸੀ ਨੇ ਕਾਹਨੂੰ ਦੁੱਖ ਦਿੱਤਾ ਤੈਨੂੰ? ਇਹ ਆਪਣੇ ਹੀ ਕਰਮਾਂ ਦਾ ਫਲ ਹੈ। ਜਿਹੋ ਜਿਹਾ ਬੰਦਾ ਕਰਮ ਕਰਦਾ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ ਜੀ। ਪ੍ਰਥਮ ਪੁੰਨ ਤੇ ਸੁਖ ਚਲ ਆਵੈ, ਕਰੇ ਪਾਪ ਤੇ ਦੁਖ ਫਲ ਪਾਵੈ। ਜੇ ਬੰਦੇ ਨੇ ਪਹਿਲਾਂ ਪੁੰਨ ਚੰਗੇ ਕਰਮ ਕੀਤੇ ਹੋਣ ਤਾਂ ਸੁੱਖ ਮਿਲ ਜਾਂਦੇ ਹਨ, ਜੇ ਮਾੜੇ ਕਰਮ ਕੀਤੇ ਹੋਣ ਤੇ ਫਿਰ ਦੁੱਖ ਮਿਲਦੇ ਹਨ। ਗਿਰਾ ਸਭ ਤਨ ਸਾਚੁ ਉਚਾਰੀ, ਤੂੰ ਜਨਮਿਓ ਮਮ ਗਰਭ ਮਝਾਰੀ। ਵਾਕਿਆ ਹੀ ਮੇਰੀ ਭੈਣ ਨੇ, ਮੇਰੀ ਸੌਕਣ ਨੇ, ਛੋਟੀ ਰਾਣੀ ਨੇ ਸੱਚੀ ਗੱਲ ਕਹੀ ਹੈ, ਤੂੰ ਮੇਰੀ ਕੁੱਖੋਂ ਪੈਦਾ ਹੋਇਆ ਹੈ। ਮੰਦ ਭਾਗ ਮੋ ਕੋ ਲਖ ਲੀਜੈ, ਦਾਸੀ ਸਮ ਨਹਿ ਮੁਝੈ ਲਖੀਜੈ। ਔਰ ਮੇਰੇ ਮਾੜੇ ਭਾਗ ਹਨ ਪੁੱਤਰ, ਮੇਰੀ ਤਾਂ ਹਾਲਤ ਨੌਕਰਾਨੀਆਂ ਤੋਂ ਵੀ ਘੱਟ ਹੈ, ਸਮਝ ਲੈ। ਸਿੰਘਾਸਣ ਕੀ ਜੇ ਅਬਲਾਖੇ, ਭਜੋ ਪ੍ਰਭੂ ਮਨ ਕੋ ਥਿਰ ਰਾਖੇ। ਜੇ ਪੁੱਤਰ ਇਹ ਰਾਜ ਭਾਗ ਲੈਣਾ ਹੈ ਪਿਤਾ ਵਾਲਾ ਤੇ ਤੈਨੂੰ ਬੰਦਗੀ ਕਰਨੀ ਪੈਣੀ ਹੈ। ਜਾਸ ਚਰਨ ਕੀ ਸੇਵਨ ਕਰ ਕੈ, ਲਿਓ ਬ੍ਰਹਮ ਪਦ ਬਿਦ ਹਿਤ ਧਰ ਕੈ। ਕਹਿਣ ਲੱਗੇ ਉਸ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰਕੇ ਹੀ ਚੰਗੀ ਵਿਧੀ ਅਨੁਸਾਰ ਹਿਰਦੇ ਵਿੱਚ ਉਸ ਬ੍ਰਹਮ ਪਦ ਨੂੰ ਵੀ ਪ੍ਰਾਪਤ ਕਰ ਸਕਦਾ ਹੈ, ਭਾਵ ਬ੍ਰਹਮ ਗਿਆਨ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਤੇ ਰਾਜ ਭਾਗ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਤੋਰ ਪਤਾਮਾ ਭਾ ਮਨ ਰਾਜੂ, ਕੀਨ ਅਨਕ ਮਖ ਪੂਰ ਸਮਾਜੂ। ਤੇਰਾ ਦਾਦਾ ਜਿਹੜਾ ਹੈ ਮਨੂ ਰਾਜਾ ਹੋਇਆ, ਜਿਹੜਾ ਮਨੂ ਰਾਜੇ ਦੀ ਗੱਲ ਕਰਦੇ ਆ, ਉਹ ਰਾਜਾ ਮਨੂ ਇਹਨਾਂ ਦਾ ਹੀ ਵੱਡਾ ਸੀ। ਤੋ ਮਨੂ ਰਾਜਾ ਜਿਹੜਾ ਹੋਇਆ ਹੈ ਉਸ ਨੇ ਬਹੁਤ ਤਪੱਸਿਆ ਜਗ ਆਦਿ ਕੀਤੇ। ਜਾਸ ਹਰ ਕੋ ਸਿਮਰਨ ਕਰ ਸੁਖ ਪਾਵਾ, ਪੁਨ ਪ੍ਰਭ ਪਦ ਮੈਂ ਅੰਤ ਸਮਾਵਾ। ਤੇਰੇ ਦਾਦੇ ਰਾਜੇ ਮਨੂ ਨੇ ਬਹੁਤ ਤਪੱਸਿਆ ਕੀਤੀ, ਰਾਜ ਭਾਗ ਵੀ ਕੀਤਾ, ਹਰੀ ਦਾ ਸਿਮਰਨ ਕਰਕੇ ਅਖੀਰ ਪਰਮੇਸ਼ਰ ਦੇ ਵਿੱਚ ਮਿਲ ਗਿਆ ਜੀ। ਤਾਂ ਤੇ ਸੁਤ ਮਨ ਕਰਮ ਬਚਨਾ, ਜਾਹੋ ਸਰਨ ਜਾ ਕੀ ਸਭ ਰਚਨਾ। ਮਾਤਾ ਕਹਿਣ ਲੱਗੀ, ਤਾਂ ਤੇ ਪੁੱਤਰਾ ਤੂੰ ਹੁਣ ਇਉਂ ਕਰ, ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕਰ। ਖੋਜਤ ਮਨ ਜਨ ਜੋਗੀ ਜਾਸੂ, ਸਿਮਰੋ ਤੇ ਪਹਿ ਫਲ ਆਸੂ। ਔਰ ਜਿਸ ਪਰਮੇਸ਼ਰ ਨੂੰ ਰਿਸ਼ੀ ਮੁਨੀ ਲੱਭਦੇ ਫਿਰਦੇ ਹਨ, ਤੂੰ ਉਸ ਦੇ ਚਰਨਾਂ ਨਾਲ ਜੁੜਨਾ ਕਰ, ਤਾਂ ਤੈਨੂੰ ਇਹ ਫਲ ਪ੍ਰਾਪਤ ਹੋ ਸਕਦਾ ਹੈ ਜੀ। ਸੁਣਿਓ ਮਾਤ ਉਪਦੇਸ਼ ਵਿਸਾਲਾ, ਹਿਰਦੈ ਧੀਰ ਧਰੀ ਤੇ ਕਾਲਾ। ਜਦੋਂ ਮਾਤਾ ਨੇ ਐਸਾ ਉਪਦੇਸ਼ ਆਪਣੇ ਧਰੋ ਪੁੱਤਰ ਨੂੰ ਸਮਝਾਉਣਾ ਕੀਤਾ, ਸੁਣਾਉਣਾ ਕੀਤਾ ਹੈ, ਭਾਵੇਂ ਕਿ ਮਾਤਾ ਦੇ ਮੁਖ ਚੋਂ ਸੱਚੀਆਂ ਗੱਲਾਂ ਨਿਕਲ ਗਈਆਂ। ਔਰ ਕਹਿੰਦੇ ਭਗਤ ਧਰੋ ਜਿਹੜਾ ਹੈ ਅੱਧੀ ਰਾਤ ਨੂੰ ਮਾਤਾ ਨੂੰ ਸੁੱਤੀ ਪਈ ਨੂੰ ਛੱਡ ਕੇ ਚਲਿਆ ਗਿਆ। ਹੁਣ ਤਾਂ ਮਾਤਾ ਕਿੱਥੇ ਜਾਣਦੀ ਸੀ 5 ਸਾਲ ਦੇ ਬੱਚੇ ਨੂੰ, ਛੋਟੇ ਬੱਚੇ ਨੂੰ।
ਪਰ ਗੁਰੂ ਪਿਆਰੋ ਕਹਿੰਦੇ ਬੱਚੇ ਦੇ ਮਨ ਵਿੱਚ ਇੰਨਾ ਗੁੱਸਾ ਪੈਦਾ ਹੋ ਗਿਆ ਕਿ ਜਿਸ ਪਿਤਾ ਦੀ ਗੋਦ ਚੋਂ ਮੈਨੂੰ ਚਲਾ ਕੇ ਮਾਰਿਆ, ਮੈਂ ਉਸੇ ਪਿਤਾ ਦੀ ਗੋਦ ਪ੍ਰਾਪਤ ਕਰਨੀ ਹੈ, ਭਗਤੀ ਕਰਕੇ, ਤਪੱਸਿਆ ਕਰਕੇ। ਤੇ ਇਸ ਕਰਕੇ ਉਹ ਕਹਿੰਦੇ ਅੱਧੀ ਰਾਤ ਨੂੰ ਆਪਣੀ ਮਾਤਾ ਨੂੰ ਛੱਡ ਕੇ ਸੁੱਤੀ ਪਈ ਨੂੰ ਚਲਿਆ ਗਿਆ ਜੀ। ਤੋਰਨ ਤਰਨ ਸੰਪਰਕ ਕੋ ਤਿਆਗੀ, ਮਦ ਬਨ ਕੋ ਗਮਨਿਓ ਵਡ ਭਾਗੀ। ਔਰ ਜਿਹੜਾ ਸੰਸਾਰ ਦਾ ਮੋਹ ਸੀਗਾ ਤੁਰੰਤ ਹੀ ਇਉਂ ਤੋੜ ਦਿੱਤਾ ਜਿਵੇਂ ਕੋਈ ਤਿਨਕਾ ਤੋੜ ਕੇ ਸਿੱਟ ਦੇਵੇ। ਮਧੂਬਨ ਭਾਵ ਜੰਗਲਾਂ ਨੂੰ ਚਲਿਆ ਗਿਆ ਜੀ। ਨਾਰਦ ਸੁਣ ਕਰ ਸਭ ਬਿਰਤੰਤਾ, ਮਿਲਿਓ ਆਨ ਮਗ ਮਾਹੇ ਤੁਰੰਤਾ। ਤਾਂ ਹੁਣ ਇਸ ਬਿਰਤਾਂਤ ਦਾ ਪਤਾ ਨਾਰਦ ਮੁਨੀ ਭਾਵ ਕਿਸੇ ਬ੍ਰਹਮ ਗਿਆਨੀ ਨੂੰ ਲੱਗਿਆ। ਨਾਰਦ ਮੁਨੀ ਕੋਈ ਇਹ ਨਹੀਂ ਕਿ ਸਾਰੇ ਯੁੱਗਾਂ ਵਿੱਚ ਇੱਕੋ ਹੀ ਨਾਰਦ ਮੁਨੀ ਹੋਇਆ ਤੇ ਮੁੜ ਕੇ ਉਹ ਮਰਿਆ ਨਹੀਂ। ਨਾਰਦ ਮੁਨੀ ਦਾ ਮਤਲਬ ਹੈ ਬ੍ਰਹਮ ਗਿਆਨੀ। ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸਾਰੇ ਯੁੱਗਾਂ ਦੇ ਵਿੱਚ ਹੀ ਹੁੰਦਾ ਆਇਆ ਹੈ। ਨਾਰਦ ਮੁਨੀ ਦੇ ਬਾਰੇ ਇੱਕ ਹੋਰ ਕਹਾਵਤ ਹੈ ਕਿ ਇਹ ਲੜਾਈਆਂ ਕਰਾਉਂਦਾ ਹੈ। ਅਸਲ 'ਚ ਬ੍ਰਹਮ ਗਿਆਨੀ ਲੜਾਈ ਨਹੀਂ ਕਰਾਉਂਦਾ, ਬ੍ਰਹਮ ਗਿਆਨੀ ਸੱਚ ਕਹਿ ਦਿੰਦਾ ਹੈ। ਤੇ